ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ। ਸੋ ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਇੱਕ ਕਿਤਾਬ ਤੇ ਉਸ ਦੇ ਲੇਖਕ ਜਾਂ ਲੇਖਿਕਾ ਦੇ ਬਾਰੇ ਸੰਖੇਪ ਤੌਰ ਤੇ ਜਾਣਕਾਰੀ ਸਾਂਝੀ ਕਰਦੇ ਹਾਂ। ਸੋ ਅੱਜ ਵੀ ਇੱਕ ਖਾਸ ਕਿਤਾਬ ਲੈ ਕੇ ਆਏ ਹਾਂ, ਪਰ ਉਸ ਤੋਂ ਪਹਿਲਾਂ ਆਪ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦਾ ਹਾਂ ਜਿੱਥੇ ਕਿਤੇ ਹੋਵੋ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਸਾਹਿਤ ਜਦੋਂ ਸਾਹਿਤ ਦੀ ਗੱਲ ਹੁੰਦੀ ਹੈ ਨਾ ਤੇ ਕਿਤਾਬਾਂ ਦਾ ਜ਼ਿਕਰ ਹੁੰਦਾ ਹੈ, ਭਾਵੇਂ ਕਿ ਬਹੁਤ ਵੱਡੇ ਵੱਡੇ ਗ੍ਰੰਥ, ਬਹੁਤ ਵੱਡੇ ਵੱਡੇ ਮਹਾਕਾਵ ਉਹ ਵੀ ਸਾਹਿਤ ਦਾ ਹਿੱਸਾ ਹੁੰਦੇ ਆ, ਪਰ ਸੌਖੇ ਜੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਨਾ ਵੀ ਸਾਹਿਤ ਦੀ ਗੱਲ ਕਰਦੇ ਆ ਤੇ ਕਿਤਾਬਾਂ ਦਾ ਜ਼ਿਕਰ ਹੀ ਜ਼ਿਆਦਾਤਰ ਆਉਂਦਾ ਆ। ਸੋ ਕਿਤਾਬਾਂ ਦੇ ਵਿੱਚ ਵੱਖ-ਵੱਖ ਵਿਧਾਵਾਂ ਹੁੰਦੀਆਂ ਨੇ, ਹਰ ਕਿਤਾਬ ਦੀ ਇੱਕ ਆਪਣੀ ਖੂਬਸੂਰਤੀ ਹੁੰਦੀ ਹੈ, ਉਹਦੇ ਵਿਚਲਾ ਜਿਹੜਾ ਕੰਟੈਂਟ ਹੈ ਉਹਦੀ ਇੱਕ ਆਪਣੀ ਵੈਲਿਊ ਹੁੰਦੀ ਹੈ। ਔਰ ਆਮ ਤੌਰ ਤੇ ਜੇ ਅਸੀਂ ਪਾਠਕਾਂ ਦੀ ਗੱਲ ਕਰਦੇ ਹਾਂ ਨਾ ਜਿਹੜੇ ਸਾਹਿਤ ਨਾਲ ਘੱਟ ਜੁੜੇ ਹੁੰਦੇ ਆ, ਪਰ ਜੇ ਉਹਨੂੰ ਕਿਤੇ ਛੋਟੀ ਮੋਟੀ ਕਹਾਣੀ ਪੜ੍ਹਨ ਵਾਸਤੇ ਦਿੱਤੀ ਜਾਏ ਤੇ ਉਹ ਬੜੀ ਰਾਜ਼ੀ ਖੁਸ਼ੀ ਉਸ ਕਹਾਣੀ ਨੂੰ ਪੜ੍ਹਦੇ ਆ। ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਜਦੋਂ ਹਰ ਐਤਵਾਰ ਅਜੀਤ ਅਖਬਾਰ ਸਾਡੇ ਘਰ ਆਉਂਦੀ ਹੁੰਦੀ ਸੀ ਨਾ, ਤੇ ਅਸੀਂ ਉਹਦੇ ਵਿੱਚੋਂ ਕੋਸ਼ਿਸ਼ ਹੁੰਦੀ ਸੀ ਵੀ ਛੋਟੀਆਂ ਕਹਾਣੀਆਂ ਪੜ੍ਹੀਏ, ਭਾਵੇਂ ਕਿ ਉੱਥੇ ਕਿਸ਼ਤਵਾਰ ਨਾਵਲ ਜਿਹੜੇ ਨੇ ਉਹ ਛਪ ਰਹੇ ਹੁੰਦੇ ਸੀ, ਉਹਦੇ ਵਿੱਚ ਲੜੀਵਾਰ ਨਾਵਲ ਛਪ ਰਹੇ ਹੁੰਦੇ ਸੀ। ਤੇ ਮੈਂ ਨਿੱਜੀ ਤੌਰ ਤੇ ਆਪਣੀ ਗੱਲ ਕਰਦਾ ਤੇ ਉਹ ਮੇਰਾ ਧਿਆਨ ਘੱਟ ਹੁੰਦਾ ਸੀਗਾ। ਕਈ ਉਹ ਨਾਵਲਾਂ ਨੂੰ ਵੀ ਕਿਸ਼ਤਵਾਰ ਲੜੀਵਾਰ ਪੜ੍ਹਦੇ ਹੁੰਦੇ ਸੀ ਤੇ ਬੜਾ ਡੂੰਘਾ ਹੁੰਦਾ ਹੈ। ਸੋ ਇਹ ਚੁਆਇਸ ਹੁੰਦੀ ਆਪੋ ਆਪਣੀ। ਤੇ ਅੱਜ ਕੱਲ੍ਹ ਮੈਂ ਗੱਲ ਕਰਾਂ, ਅੱਜ ਮੈਨੂੰ ਨਾਵਲ ਜ਼ਿਆਦਾ ਪਸੰਦ ਨੇ ਜਾਂ ਸਵੈ ਜੀਵਨੀਆਂ ਜ਼ਿਆਦਾ ਪਸੰਦ ਨੇ। ਕਹਾਣੀ ਸੰਗ੍ਰਹਿ ਮੈਂ ਪੜ੍ਹਦਾ ਹਾਂ, ਇਹਨਾਂ ਦਿਨਾਂ ਵਿੱਚ ਵੀ ਮੈਂ ਸੋਹਣ ਸਿੰਘ ਸੀਤਲ ਹੁਣ ਦਾ ਕਹਾਣੀ ਸੰਗ੍ਰਹਿ ਪੜ੍ਹ ਰਿਹਾ ਹਾਂ। ਸੋ ਉਹ ਇੱਕ ਵੱਖਰੀ ਗੱਲ ਹੁੰਦੀ ਹੈ, ਪਰ ਕਹਾਣੀ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਹਰ ਉਮਰ ਹਰ ਵਰਗ ਦੇ ਜਿਹੜੇ ਪਾਠਕ ਹੁੰਦੇ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਖੈਰ, ਪੰਜਾਬੀ ਸਾਹਿਤ ਦੇ ਵਿੱਚ ਜਿੱਥੇ ਲੇਖਕਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ, ਉੱਥੇ ਲੇਖਕਾਵਾਂ ਨੇ ਵੀ ਪੰਜਾਬੀ ਸਾਹਿਤ ਵਿੱਚ ਅਨਮੁੱਲਾ ਯੋਗਦਾਨ ਪਾਇਆ। ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਬਚਿੰਤ ਕੌਰ ਔਰ ਅੰਮ੍ਰਿਤਾ ਪ੍ਰੀਤਮ ਵਰਗੀਆਂ, ਜਿਨ੍ਹਾਂ ਨੇ ਬਾ ਕਮਾਲ ਦਾ ਸਾਹਿਤ ਲਿਖਿਆ ਹੈ। ਸੋ ਉਹ ਲਿਖਿਆ ਹੋਇਆ ਸਾਹਿਤ ਵੀ ਜਿਹੜਾ ਆ ਉਹ ਪੰਜਾਬੀ ਸਾਹਿਤ ਜਗਤ ਵਿੱਚ ਥਾਂ ਬਣਾ ਕੇ ਗਿਆ। ਅੱਜ ਅਸੀਂ ਜਿਸ ਕਿਤਾਬ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜੀ, ਉਸ ਕਿਤਾਬ ਦੀ ਲੇਖਿਕਾ ਆ ਬਚਿੰਤ ਕੌਰ। ਬਚਿੰਤ ਕੌਰ ਦਾ ਜਨਮ 8 ਫਰਵਰੀ 1940 ਨੂੰ ਹੋਇਆ ਸੀ ਤੇ ਦਿੱਲੀ ਦੇ ਵਿੱਚ ਰਹਿਣ ਵਾਲੀ ਇਹ ਲੇਖਿਕਾ, ਜਿਹਨੇ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਕਮਾਲ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ, ਜਿਹਦੇ ਵਿੱਚ ਤਕਰੀਬਨ 42 ਦੇ ਕਰੀਬ ਯਾਨੀ ਕਿ ਕਿਤਾਬਾਂ ਨੇ ਜੋ ਉਹਨਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ, ਜਿਹਦੇ ਵਿੱਚੋਂ 15 ਤਕਰੀਬਨ ਕਹਾਣੀ ਸੰਗ੍ਰਹਿ ਨੇ, 3 ਨਾਵਲ ਨੇ ਔਰ ਇੱਕ ਉਹਨਾਂ ਦੀ ਸਵੈ ਜੀਵਨੀ ਆ ਪਗਡੰਡੀਆਂ। ਔਰ ਸਵੈ ਜੀਵਨੀ ਪਗਡੰਡੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਜੀ, ਤਕਰੀਬਨ ਇਹ ਪੰਜਾਬੀ ਤੋਂ ਇਲਾਵਾ ਹੋਰ ਕਈ ਭਾਸ਼ਾਵਾਂ ਦੇ ਵਿੱਚ ਇਹਨਾਂ ਦਾ ਤਰਜਮਾ ਹੋ ਚੁੱਕਿਆ ਹੈ, ਇਸ ਕਿਤਾਬ ਦਾ, ਇਸ ਸਵੈ ਜੀਵਨੀ ਦਾ। ਸੋ ਇਹ ਆਪਣੇ ਆਪ ਵਿੱਚ ਇੱਕ ਸ਼ਾਹਕਾਰ ਰਚਨਾ ਬਣ ਜਾਂਦੀ ਹੈ ਜਦੋਂ ਦਾ ਹਿੰਦੀ, ਤੇਲਗੂ, ਮਰਾਠੀ ਤੇ ਹੋਰ ਕਈ ਭਾਸ਼ਾਵਾਂ ਦੇ ਵਿੱਚ ਇਸ ਕਿਤਾਬ ਦਾ ਅਨੁਵਾਦ ਹੋਇਆ ਹੈ। ਉਹਦੇ ਨਾਲ 6 ਕਿਤਾਬਾਂ ਤਕਰੀਬਨ ਜਿਹੜੀਆਂ ਨੇ ਉਹ ਬਾਲ ਸਾਹਿਤ ਦੀ ਸਿਨਫ ਦੇ ਵਿੱਚ ਆਉਂਦੀਆਂ ਨੇ, ਜੋ ਉਹਨਾਂ ਨੇ ਬੱਚਿਆਂ ਦੇ ਵਾਸਤੇ ਲਿਖੀਆਂ ਨੇ। ਖੈਰ, ਅੱਜ ਬਚਿੰਤ ਕੌਰ ਜੀ ਦੀ ਲਿਖੀ ਹੋਈ ਜਿਸ ਕਿਤਾਬ ਦੀ ਗੱਲਬਾਤ ਕਰਨ ਜਾ ਰਹੇ ਹਾਂ, ਉਸ ਕਿਤਾਬ ਦਾ ਨਾਂ ਆ ਖੁਰੇ ਹੋਏ ਰੰਗ। ਖੁਰੇ ਹੋਏ ਰੰਗ ਕਿਤਾਬ, ਜਿਹਦੇ ਵਿੱਚ ਤਕਰੀਬਨ 22 ਕਹਾਣੀਆਂ ਨੇ ਔਰ 120 ਪੰਨੇ ਇਸ ਕਿਤਾਬ ਦੇ ਹੈਗੇ ਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਛੋਟੀ ਤੋਂ ਛੋਟੀ ਕਹਾਣੀ ਜਿਹੜੀ ਹੈਗੀ ਹੈ ਉਹ ਤਕਰੀਬਨ 3 ਕੁ ਪੇਜ ਦੀ ਹੈ ਤੇ ਵੱਡੀ ਤੋਂ ਵੱਡੀ ਕਹਾਣੀ ਜਿਹੜੀ ਹੈ ਉਹ 5 ਤੋਂ 7 ਪੇਜ ਦੇ ਵਿੱਚ ਸਿਮਟੀ ਹੋਈ ਹੈ। ਕਿਤਾਬ ਦੇ ਆਕਾਰ ਦੀ ਗੱਲ ਕਰਦੇ ਹਾਂ ਤੇ ਜਿਵੇਂ ਆਮ ਤੌਰ 'ਤੇ ਕਿਤਾਬ ਦਾ ਸਾਈਜ਼ ਹੁੰਦਾ ਹੈ, ਅਸੀਂ ਜਦੋਂ ਮਾਰਕੀਟ ਵਿੱਚ ਜਾਂਦੇ ਹਾਂ, ਇੱਕ ਉਸ ਤੋਂ ਥੋੜ੍ਹਾ ਛੋਟਾ ਸਾਈਜ਼ ਹੁੰਦਾ ਹੈ, ਛੋਟਾ ਆਕਾਰ ਹੁੰਦਾ ਹੈ, ਉਸ ਆਕਾਰ ਦੀ ਇਹ ਕਿਤਾਬ ਹੈ। ਔਰ ਜਿਹੜਾ ਐਡੀਸ਼ਨ ਮੈਂ ਚੂਜ਼ ਕੀਤਾ ਸੀਗਾ, ਚੁਣਿਆ ਸੀਗਾ ਇਸ ਪ੍ਰੋਗਰਾਮ ਦੇ ਵਾਸਤੇ, ਇਹ ਕਾਫੀ ਪੁਰਾਣਾ ਆ। 1999 ਦੇ ਵਿੱਚ ਇਹ ਐਡੀਸ਼ਨ ਛਪਿਆ ਸੀਗਾ ਔਰ ਉਹਨਾਂ ਨੇ ਮੈਂਸ਼ਨ ਵੀ ਕੀਤਾ ਹੋਇਆ ਇਹਦੇ ਵਿੱਚ ਕਿ ਖੁਰੇ ਹੋਏ ਰੰਗ ਸ਼ਾਰਟ ਸਟੋਰੀਜ਼। ਸੋ ਜਿਵੇਂ ਮੈਂ ਗੱਲ ਕੀਤੀ ਵੀ ਇਹ ਤਕਰੀਬਨ 3 ਪੰਨਿਆਂ ਦੀ ਕਹਾਣੀ ਜਿਹੜੀ ਛੋਟੀ ਹੈ ਔਰ ਵੱਡੀ ਤੋਂ ਵੱਡੀ ਕਹਾਣੀ 5 ਤੋਂ 7 ਪੰਨਿਆਂ ਦੇ ਵਿੱਚ ਸਿਮਟ ਜਾਂਦੀ ਹੈ। ਔਰ ਕਹਾਣੀਆਂ ਦੀ ਗੱਲ ਕਰਦਾ, ਤਕਰੀਬਨ 22 ਕਹਾਣੀਆਂ ਨੇ, ਜਿਹਦੇ ਵਿੱਚ ਚਿਤ ਕਬਰੇ ਘੋੜੇ ਦਾ ਸਵਾਰ, ਭੁੱਬਲ, ਕਤਲ, ਦੁੱਖ ਨਿਵਾਰਨ, ਪਰਛਾਵਿਆਂ ਦੀ ਪਕੜ, ਖੁਰੇ ਹੋਏ ਰੰਗ, ਨਾਟਕ, ਸਿਆਸਤ, ਕੌਣ ਜਾਣਦਾ ਹੈ, ਦੁੱਧ ਤੇ ਪੁੱਤ, ਇਹ ਮੈਨੂੰ ਬੜੀ ਵਧੀਆ ਕਹਾਣੀ ਲੱਗੀ, ਔਰ ਇੱਕ ਲਕੀਰ, ਗੂੰਗੇ ਬੁੱਤ, ਮੂਕ ਧਰਤੀ, ਸਮੇਂ ਦੀ ਧੂੜ, ਜਿਉਂਦੇ ਪਲ, ਮੋਏ ਪਲ, ਖੁਸ਼ਬੂ, ਚੁਬਾਰਾ, ਕੁਛ ਅਧੂਰੇ ਅਫਸਾਨੇ, ਸ਼ਾਂਤੀ ਸਮਿਤੀ,
ਸੂਹਾ ਰੰਗ, ਸਿਆਹ ਰੰਗ, ਢਲਦੇ ਪਰਛਾਵੇਂ ਤੇ ਕਾਲੇ ਵਿਸੀਰ। ਸੋ ਇਹ 22 ਕਹਾਣੀਆਂ ਔਰ 22 ਸਮਝੋ ਵੀ 22 ਸਮਾਜ ਵਿੱਚ ਵਿਚਰੀ ਹੋਈਆਂ ਘਟਨਾਵਾਂ ਜੋ ਵਾਪਰਦੀਆਂ ਨੇ, ਕੁਝ ਬੁਰਾਈਆਂ ਤੇ ਕੁਝ ਚੰਗਿਆਈਆਂ ਦੇ ਰੂਬਰੂ ਸਾਨੂੰ ਕਰਵਾਉਂਦੀ ਹੈ। ਤੇ ਜਿਹੜੀ ਟਾਈਟਲ ਹੈ ਕਿਤਾਬ ਦਾ, ਸਿਰਲੇਖ ਹੈ ਜੋ ਖੁਰੇ ਹੋਏ ਰੰਗ, ਇਹ ਕਹਾਣੀ 6ਵੇਂ ਨੰਬਰ ਦੇ ਉੱਤੇ ਹੈਗੀ ਹੈ। ਤੇ ਕਿਤਾਬ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਮਰਪਣ ਕੀਤੀ ਹੈ। ਜੇ ਸਮਰਪਣ ਦੀ ਗੱਲ ਕਰਦੇ ਹਾਂ ਤੇ ਇੰਦਰਜੀਤ, ਸੁਰਿੰਦਰਜੀਤ ਤੇ ਕਮਲਜੀਤ ਪਿਆਰੇ ਬੱਚਿਆਂ ਦੇ ਨਾਮ ਇਹ ਕਿਤਾਬ ਸਮਰਪਿਤ ਕੀਤੀ ਹੈ। ਨਵਯੁਗ ਪਬਲਿਸ਼ਰਸ ਨੇ ਜਿਹੜੀ ਹੈ ਇਹ ਕਿਤਾਬ ਛਾਪੀ ਹੈ। ਤੇ ਜਿਵੇਂ ਮੈਂ ਜ਼ਿਕਰ ਕੀਤਾ ਵੀ ਸਵੈ ਜੀਵਨੀ ਵੀ ਇਹਨਾਂ ਲਿਖੀ ਹੋਈ ਹੈ ਔਰ ਉਹ ਤਕਰੀਬਨ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜਿਹੜੀ ਹੈ ਉਹ ਛਪ ਚੁੱਕੀ ਹੈ। ਸੋ ਇਹਦੇ ਵਿੱਚ ਇੱਕ ਕਹਾਣੀ ਦਾ ਮੈਂ ਜ਼ਿਕਰ ਤੁਹਾਡੇ ਨਾਲ ਸੰਖੇਪ ਤੌਰ ਤੇ ਕਰ ਦਿੰਦਾ, ਤੁਹਾਨੂੰ ਇੱਕ ਆਈਡੀਆ ਹੋ ਜਾਊਗਾ ਵੀ ਕਿੱਦਾਂ ਦੀਆਂ ਕਹਾਣੀਆਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ, ਕਿੰਨੀਆਂ ਕੁ ਉਹ ਜ਼ਰੂਰੀ ਨੇ। ਤੇ ਖਾਸ ਤੌਰ ਤੇ ਜਿਹੜੇ ਕਹਾਣੀ ਪੜ੍ਹਨ ਦੇ ਸ਼ੌਕੀਨ ਨੇ ਉਹਨਾਂ ਦੇ ਵਾਸਤੇ ਇਹ ਬਾ ਕਮਾਲ ਦੀ ਕਿਤਾਬ ਮੰਨੀ ਜਾ ਸਕਦੀ ਹੈ। ਕਿਤਾਬ ਦੇ 120 ਕੁੱਲ ਪੰਨੇ ਔਰ 22 ਕਹਾਣੀਆਂ ਦੇ ਨਾਲ ਜਿਹੜੀ ਹੈ 22 ਕਹਾਣੀਆਂ ਦਾ ਗੁਲਦਸਤਾ ਇਸ ਕਿਤਾਬ ਦੇ ਵਿੱਚ ਹੈਗਾ ਹੈ। ਲੇਖਕਾਂ ਦੇ ਬਾਰੇ ਮੈਂ ਸੰਖੇਪ ਜਾਣਕਾਰੀ ਆਰੰਭ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਸੋ ਦੁੱਧ ਤੇ ਪੁੱਤ, ਜਿੱਥੇ ਘਰਵਾਲੀ ਆਪਣੇ ਘਰਵਾਲੇ ਨੂੰ ਕਹਿੰਦੀ ਹੈ ਵੀ ਕੋਈ ਗੱਲ ਨਹੀਂ, ਆਪਣੇ 5 ਪੁੱਤਰ ਨੇ, ਸੋ ਇਹ ਹਮੇਸ਼ਾ ਸਾਡਾ ਖਿਆਲ ਰੱਖਣਗੇ। ਪਰ ਜਦੋਂ ਮਾਂ ਤੁਰ ਜਾਂਦੀ ਹੈ, ਜਦੋਂ ਘਰਵਾਲੀ ਤੁਰ ਜਾਂਦੀ ਹੈ ਤੇ ਪਿੱਛੇ ਬਾਪੂ ਇਕੱਲਾ ਰਹਿ ਜਾਂਦਾ ਹੈ। ਸੋ ਜਿਹੜਾ 5ਵਾਂ ਪੁੱਤਰ ਹੈ ਉਹ ਤਾਂ ਉਹਦੇ ਤੋਂ 500 ਮੀਲ ਦੂਰ ਕਲਕੱਤੇ ਵਿੱਚ ਨੌਕਰੀ ਕਰਦਾ ਆ। ਉਹਦੇ ਨਾਲ ਕੀ ਰੋਸਾ ਹੋਣਾ ਆ, ਉਹਦੇ ਨਾਲ ਕੀ ਗਿਲਾ ਹੋ ਸਕਦਾ ਆ ਜਿਹੜਾ ਕੋਲ ਹੀ ਨਹੀਂ। ਇਹੀ ਗਿਲਾ ਹੋ ਸਕਦਾ ਹੈ ਵੀ ਉਹ ਆਪਣੇ ਮਾਂ-ਬਾਪ ਦੇ ਕੋਲ ਨਹੀਂ ਹੈ, ਜਾਂ ਉਹਨੂੰ ਆਪਣੇ ਮਾਂ-ਬਾਪ ਦੀ ਫਿਕਰ ਨਹੀਂ ਹੈ, ਜਾਂ ਉਹ ਬਹੁਤ ਦੂਰ ਰਹਿੰਦਾ ਆ। ਪਰ ਜਿਹੜੇ 4 ਨੇ, ਜਿਹੜੇ ਕਿ 4 ਪੁੱਤ ਜੰਮ ਕੇ ਪਾਲ ਪੋਸ ਕੇ ਵੱਡੇ ਕੀਤੇ, ਵਿਆਹੇ, ਉਹ ਆਪ ਗਾਂ ਧੀਆਂ ਪੁੱਤਾਂ ਵਾਲੇ ਬਣੇ, ਉਹਨਾਂ ਦੇ ਹਾਲਾਤ ਕੈਸੇ ਆ? ਉਹ 4 ਭਰਾ ਨੇ ਤੇ 4 ਭਰਾਵਾਂ ਨੇ ਜਿਹੜਾ ਆ ਉਹ 3-3 ਮਹੀਨੇ ਦੀ ਵੰਡ ਪਾਈ ਹੋਈ ਹੈ ਵੀ 3 ਮਹੀਨੇ ਬਾਪੂ ਨੂੰ ਜਿਹੜਾ ਆ ਉਹ ਪਹਿਲਾਂ ਕਰਤਾਰਾ ਰੱਖੂਗਾ, ਫਿਰ ਬੀਰੂ ਰੱਖੂਗਾ। ਇੱਦਾਂ ਜਿਹੜੇ ਕਰੈਕਟਰ ਹੈਗੇ ਨੇ। ਫਿਰ ਪ੍ਰੀਤੂ ਦੀ ਵਾਰੀ ਆਉਂਦੀ ਹੈ ਕਿ ਪ੍ਰੀਤੂ ਨੇ ਜਿਹੜਾ 3 ਮਹੀਨੇ ਰੱਖਣਾ ਆ। ਸੋ ਕਿਤੇ ਕਿਤੇ ਉਹ ਪਰਿਵਾਰਾਂ ਦੇ ਵਿੱਚ ਜਿੱਥੇ ਜਾ ਕੇ ਬਾਪੂ ਰਹਿੰਦਾ ਆ, 5 ਕੁ ਪੰਨਿਆਂ ਦੀ ਕਹਾਣੀ ਹੈ ਔਰ ਬੜਾ ਵੱਡਾ ਸੁਨੇਹਾ ਇਹ ਕਹਾਣੀ ਮਨੁੱਖਤਾ ਨੂੰ ਦਿੰਦੀ ਹੈ ਵੀ ਅਸੀਂ ਆਪਣੇ ਮਾਤਾ ਪਿਤਾ ਪ੍ਰਤੀ, ਆਪਣੇ ਪੇਰੈਂਟਸ ਪ੍ਰਤੀ, ਆਪਣੇ ਬਜ਼ੁਰਗਾਂ ਦੇ ਪ੍ਰਤੀ ਕਿਹੋ ਜਿਹਾ ਰਵੱਈਆ ਰੱਖਦੇ ਆ। ਇੱਕ ਤਾਂ ਚਾਹੁੰਦਾ ਹੈ ਵੀ ਬਸ 3 ਮਹੀਨੇ ਪੂਰੇ ਹੋ ਗਏ ਬਾਪੂ, ਤੂੰ ਜਲਦੀ ਤੋਂ ਜਲਦੀ ਹੁਣ ਬਾਹਰ ਵਾਲੀ ਵੇਲੀ ਚਲਿਆ ਜਾ ਦੂਜੇ ਭਰਾ ਦੇ ਕੋਲ। ਭਾਵੇਂ ਬਾਪੂ ਨਹੀਂ ਚਾਹੁੰਦਾ ਕਿ ਮੈਂ ਜਾਵਾਂ, ਪਰ ਹੁਣ ਮਜਬੂਰੀ ਹੈ, ਕਿਉਂਕਿ ਉਹ ਕਹਿੰਦੇ ਵੀ ਜਦੋਂ ਜ਼ਮੀਨ ਦੀ ਵੰਡ ਹੋਈ ਸੀ ਉਦੋਂ ਇਹ ਫੈਸਲਾ ਹੋਇਆ ਸੀ ਪੰਚਾਇਤ ਦੇ ਵਿੱਚ ਕਿ ਬਾਪੂ 3-3 ਮਹੀਨੇ ਜਿਹੜਾ ਆ ਉਹ ਵੱਖਰੇ ਵੱਖਰੇ ਭਰਾ ਦੇ ਕੋਲ ਆਪਣੀ ਜ਼ਿੰਦਗੀ ਬਸਰ ਕਰੂਗਾ। ਸੋ ਦੂਜੀ ਥਾਂ ਜਾਂਦਾ ਆ, ਉੱਥੇ ਉਹਦੀ ਜਿਹੜੀ ਨੂੰਹ ਰਾਣੀ ਹੈ ਉਹ ਹਫ਼ਤੇ 'ਚ 2 ਵਾਰੀ ਉਹਦੇ ਕੱਪੜੇ ਧੋ ਦਿੰਦੀ ਹੈ, ਰੋਟੀ ਪਾਣੀ ਜਿਹੜਾ ਖਵਾ ਦਿੰਦੀ ਹੈ, ਨਹਾਉਣ ਧੋਣ ਦਾ ਪ੍ਰਬੰਧ ਕਰ ਦਿੰਦੀ ਹੈ। ਤੇ ਪਰ ਉਹਦਾ ਜਿਹੜਾ ਆਪਣਾ ਪੁੱਤਰ ਹੈ ਉੱਥੇ, ਉਹ ਸ਼ਰਾਬੀ ਕਬਾਬੀ ਹੈ, ਉਹ ਬੱਚਿਆਂ ਨੂੰ ਕੁੱਟਦਾ ਮਾਰਦਾ ਆ, ਘਰ ਵਾਲੇ ਨੂੰ ਮੰਦਾ ਕਹਿੰਦਾ ਆ। ਉੱਥੇ ਬਾਪੂ ਨੂੰ ਵੀ ਉਹਦੀ ਮੰਜੀ ਤੇ ਆ ਕੇ ਠੁੱਡਾ ਮਾਰ ਕੇ ਕਹਿੰਦਾ ਆ ਵੀ ਤੇਰੀ ਇਹ ਮੰਜੀ ਮੈਂ ਕਿੰਨੇ ਕੁ ਦੇਰ ਹੋਰ ਪੂਜਣੀ ਹੈ। ਸੋ ਇੱਕ ਇਹ ਦ੍ਰਿਸ਼ਟਾਂਤ ਹੈਗਾ ਆ। ਪਰਿਵਾਰਾਂ ਦੇ ਵਿੱਚ ਸਾਡੇ ਆਪਣੇ ਸਮਾਜਿਕ ਮਸਲੇ ਹੈਗੇ ਨੇ ਵੀ ਘਰ ਵਾਲਾ ਸ਼ਰਾਬੀ ਹੈ ਔਰ ਉਹਦਾ ਪੁੱਤਰ ਵੀ ਹੈ, ਨੂੰਹ ਉਹਦੀ ਕਦਰ ਕਰਦੀ ਹੈ, ਬੱਚੇ ਉਹਨੂੰ ਪਿਆਰ ਕਰਦੇ ਨੇ ਆਪਣੇ ਦਾਦੇ ਨੂੰ, ਨੂੰਹ ਆਪਣੇ ਸਹੁਰੇ ਦਾ ਸਤਿਕਾਰ ਕਰਦੀ ਹੈ, ਪਰ ਪੁੱਤਰ ਨਹੀਂ ਕਰਦਾ। ਖੈਰ ਔਖੇ ਸੌਖੇ 3 ਮਹੀਨੇ ਉਹ ਪੂਰੇ ਕਰਦਾ ਹੈ ਔਰ ਉਹਦੇ ਬਾਅਦ ਅਗਲੇ ਭਰਾ ਦੇ ਘਰ ਜਾਂਦਾ ਹੈ। ਉੱਥੇ ਇਹ ਹੈ ਕਿ ਉੱਥੇ ਨੂੰਹ ਜਿਹੜੀ ਹੈ ਉਹ ਰੋਜ਼ਾਨਾ ਸੇਵਾ ਕਰਦੀ ਹੈ, ਪਰ ਉਹਦਾ ਕਾਰਨ ਕੀ ਹੈ ਕਿ ਉਹ ਡਰ ਦੇ ਨਾਲ, ਕਿਉਂਕਿ ਅਸੀਂ ਲੋਕ ਜਦੋਂ ਕਿਸੇ ਪ੍ਰਤੀ ਸ਼ਰਧਾ ਜਾਂ ਸਤਿਕਾਰ ਪੈਦਾ ਕਰਦੇ ਹਾਂ ਨਾ, 2 ਕਾਰਨ ਹੁੰਦੇ, ਜਾਂ ਤਾਂ ਅਸੀਂ ਡਰ ਦੇ ਕਾਰਨ ਤੇ ਜਾਂ ਅਸੀਂ ਵਾਕਈ ਪਿਆਰ ਹੁੰਦਾ ਹੈ। 2 ਚੀਜ਼ਾਂ ਦੇ ਨਾਲ ਹੀ ਰਿਸ਼ਤੇ ਜਿਹੜੇ ਨਿਭਦੇ ਨੇ, ਚਾਹੇ ਉਹ ਪਰਮਾਤਮਾ ਦੇ ਨਾਲ ਸਾਂਝ ਪਾ ਲਈਏ, ਜਾਂ ਤਾਂ ਡਰ ਕੇ ਅਸੀਂ ਉਹਦੀ ਪੂਜਾ ਕਰਦੇ ਹਾਂ, ਜਾਂ ਸਾਨੂੰ ਉਹਦੇ ਨਾਲ ਵਾਕਈ ਪਿਆਰ ਹੁੰਦਾ ਹੈ ਪਰਮਾਤਮਾ ਦੇ ਨਾਲ, ਜਿਹਨੂੰ ਇਸ਼ਕ ਹਕੀਕੀ ਕਿਹਾ ਜਾਂਦਾ ਹੈ। ਸੋ ਇਹ ਜਿਹੜਾ ਆ ਇਸ ਤਰੀਕੇ ਨਾਲ ਚੱਲਦਾ ਹੈ। ਔਰ ਤੀਜੇ ਨੰਬਰ 'ਤੇ ਜਿਹੜਾ ਪੁੱਤਰ ਹੈ ਉਹਦੇ ਹਾਲਾਤ ਵੀ ਜਿਹੜੇ ਨੇ ਨਾ ਉਹ ਵੀ ਕੁਝ ਉਸੇ ਤਰ੍ਹਾਂ ਦੀ ਹੈ। ਜਦੋਂ ਚੌਥੇ ਦੀ ਵਾਰੀ ਮੁੜ ਕਰਤਾਰੇ ਦੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਬਾਪੂ ਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿਉਂਕਿ ਉਹਦੇ ਨੇੜੇ ਉਹਦਾ ਭਰਾ ਵੀ ਰਹਿੰਦਾ ਹੁੰਦਾ ਆ। ਸੋ ਸਾਰਾ ਦਿਨ ਆਪਣੇ ਭਰਾ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਆਪਣੀ ਜ਼ਿੰਦਗੀ ਦੇ ਰਹਿ ਚੁੱਕੇ ਸਾਲ ਜਿਹੜੇ ਨੇ ਨਾ, ਇੱਕ ਬੰਦਾ ਜ਼ਿੰਦਗੀ ਹੰਡਾਉਂਦਾ ਆ, ਉਹ ਘਿਸਰ ਘਿਸਰ ਕੇ ਉਹਨੇ ਪੂਰੇ ਕਰਨੇ ਆ। ਸੋ ਇਹ ਇੱਕ ਦੁੱਧ ਤੇ ਪੁੱਤ ਕਹਾਣੀ ਸਮਾਜ ਦੇ ਜਿਹੜੇ ਮੌਜੂਦਾ ਸੰਦਰਭ ਉੱਤੇ, ਭਾਵੇਂ ਕਿ 1999 ਦੀ ਛਪੀ ਹੋਈ ਕਿਤਾਬ, ਮੈਂ ਸਮਝਦਾ ਵੀ 2022 ਵਿੱਚ ਆ ਕੇ ਵੀ ਇਹ ਉਨੀ ਕੁ ਸਾਰਥਕ ਹੈ ਜਿੰਨੀ ਕਿ ਉਸ ਵੇਲੇ ਹੋਏਗੀ ਜਦੋਂ ਇਹ ਕਹਾਣੀ ਲਿਖੀ ਹੋਏਗੀ। ਔਰ ਇਹ ਕਹਾਣੀ ਦੀ ਕਲਪਨਾ ਜੇ ਲੇਖਕਾਂ ਦੇ ਮਨ ਵਿੱਚ ਆਈ ਹੈ, ਪਤਾ ਨਹੀਂ ਉਹਨੇ ਕਿੱਥੇ ਇਹੋ ਜਿਹੀ ਕੋਈ ਕਹਾਣੀ ਵਾਪਰਦੀ ਵੇਖੀ ਹੋਊਗੀ ਇਸ ਸਮਾਜ ਦੇ ਵਿੱਚ, ਪਰ ਇੱਕ ਕਹਾਣੀ ਨਹੀਂ ਹੈ। ਇਹੋ ਜਿਹੀਆਂ ਬੇਅੰਤ ਕਹਾਣੀਆਂ ਨੇ ਜੋ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਨੇ।
ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਆਮ ਤੌਰ ਤੇ ਅਸੀਂ ਇਹ ਗੱਲ ਕਹਿੰਦੇ ਹਾਂ। ਸੋ ਇਹ ਉਹ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਹੈ। ਸੋ ਕੇਵਲ ਇੱਕ ਕਹਾਣੀ ਮੈਂ ਤੁਹਾਡੇ ਨਾਲ ਸੰਖੇਪ ਤੌਰ ਤੇ ਸਾਂਝੀ ਕੀਤੀ ਹੈ। ਬਾਕੀ 21 ਕਹਾਣੀਆਂ ਨੇ ਔਰ ਹਰ ਕਹਾਣੀ ਦਾ ਸਵਾਦ ਵੱਖਰਾ ਆ। ਹਰ ਕਹਾਣੀ ਦੀ ਜਿਹੜੀ ਪਾਤਰ ਚਿੱਤਰਨ ਦੀ ਗੱਲ ਹੈ ਜਾਂ ਪਲਾਟ ਹੈ, ਭਾਵੇਂ ਕਿ ਸਾਰਾ ਕੁਝ ਹੀ ਸਾਡੇ ਸਮਾਜ ਵਿੱਚੋਂ ਹੈ, ਪਰ ਉਹਦੀ ਪੇਸ਼ਕਾਰੀ, ਉਹ ਦਰਦ ਨੂੰ ਬਿਆਨਣ ਦਾ ਜੋ ਤਰੀਕਾ ਆ, ਉਹ ਬਚਿੰਤ ਕੌਰ ਹੋਣੀ ਉਹਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਏ ਨੇ। ਅਤੇ ਕਿਤੇ ਨਾ ਕਿਤੇ ਕੁਝ ਕਹਾਣੀਆਂ ਵਿੱਚ ਮੈਨੂੰ ਇਹ ਲੱਗਾ ਬਈ ਉਹ ਵਿੱਚ ਜਾਂ ਪ੍ਰੂਫ ਰੀਡਿੰਗ ਦੀ ਘਾਟ ਰਹੀ ਹੈ ਅਤੇ ਜਾਂ ਉਹ ਕਿਤੇ ਨਾ ਕਿਤੇ ਥੋੜ੍ਹੀਆਂ ਮਿਸਟੇਕਸ ਹੈਗੀਆਂ ਨੇ, ਪਰ ਉਹ ਤੁਸੀਂ ਉਹਨੂੰ ਅਣਗੌਲਿਆਂ ਕਰ ਸਕਦੇ ਆ, ਕਿਉਂਕਿ ਜਦੋਂ ਵਿਸ਼ੇ ਔਰ ਕੰਟੈਂਟ ਚੰਗਾ ਹੋਵੇ ਨਾ, ਅਤੇ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਜਿਹੜੀ ਕਮੀ ਪ੍ਰਿੰਟਿੰਗ ਦੇ ਵਿੱਚ, ਪ੍ਰੂਫ ਰੀਡਿੰਗ ਵਿੱਚ ਕਮੀ ਰਹਿ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਉਹ ਜ਼ਰੂਰ ਅੱਖਰ ਦੀ ਹੈ। ਸਾਰੀਆਂ ਕਹਾਣੀਆਂ ਦੇ ਵਿੱਚ ਨਹੀਂ, ਇੱਕ ਦੋ ਕਹਾਣੀਆਂ ਦੇ ਵਿੱਚ, ਜਿਵੇਂ ਕਾਲੀ ਬਿਸੀਰ ਕਹਾਣੀ, ਉਹਦੇ ਵਿੱਚ ਥੋੜ੍ਹੀ ਜਿਹੀ ਸ਼ਬਦਾਵਲੀ ਵਿੱਚ, ਜਾਂ ਕਈ ਵਾਰੀ ਇੱਦਾਂ ਹੁੰਦਾ ਕਿ ਕਿਤਾਬਾਂ ਲਿਖਣ ਦੇ ਵੇਲੇ ਜਿਹੜੇ ਸਾਡੇ ਪ੍ਰਕਾਸ਼ਕ ਹੁੰਦੇ ਨੇ, ਜਦੋਂ ਛਾਪਦੇ ਨੇ ਉਹਨਾਂ ਨੂੰ, ਉਹ ਕੌਮੇ ਜਿਹੜੇ ਨੇ ਅਸੀਂ ਖਤਮ ਕਰੀ ਜਾ ਰਹੇ ਹਾਂ। ਜੇ ਕੌਮੇ ਲੱਗਦੇ ਹੋਣ ਤਾਂ ਪੜ੍ਹਨ ਵਾਲੇ ਨੂੰ ਸਮਝਣਾ ਜਿਹੜਾ ਆ ਥੋੜ੍ਹਾ ਸੌਖਾ ਹੋ ਜਾਂਦਾ। ਉਹ ਕੌਮੇ ਸ਼ਾਇਦ ਉਹਦੇ ਵਿੱਚ ਕੁਝ ਘਾਟ ਹੈਗੀ ਹੈ, ਪਰ ਜੇ ਤੁਸੀਂ ਠਹਿਰਮੇ ਦੇ ਨਾਲ, ਸਹਿਜ ਦੇ ਨਾਲ ਇਸ ਕਿਤਾਬ ਨੂੰ ਪੜ੍ਹਦੇ ਹੋ ਅਤੇ ਕਿਤਾਬ ਜਿਹੜੀ ਹੈ ਉਹ ਬਾ ਕਮਾਲ ਦਾ ਜਿਹੜਾ ਤੁਹਾਨੂੰ ਇੱਕ ਸਵਾਦ ਦਿੰਦੀ ਹੈ। ਜੋ ਸਾਹਿਤ ਵਿੱਚ ਉਹ ਸਵਾਦ ਹੋਣਾ ਚਾਹੀਦਾ, ਵੀ ਇੱਕ ਰਸ ਹੁੰਦਾ ਹੈ ਸਾਹਿਤ ਦਾ ਵੀ। ਕਲਾ ਦੇ ਵਿੱਚ ਰਸ ਤਾਂ ਹੁੰਦਾ ਹੀ ਹੈ, ਕਲਾ ਕੋਈ ਵੀ ਹੋਵੇ। ਸੋ ਸਾਹਿਤ ਕਲਾ ਦੇ ਵਿੱਚ ਵੀ ਉਹਦਾ ਇਹੀ ਸਵਾਦ ਹੁੰਦਾ ਵੀ ਉਹ ਵਿਸ਼ੇ ਦੇ ਵਿੱਚ ਰਹਿ ਕੇ ਤੁਹਾਨੂੰ ਬਹੁਤ ਜ਼ਿਆਦਾ ਦੱਸਦੀ ਹੋਵੇ, ਤੁਹਾਨੂੰ ਸੱਚ ਦੇ ਬਿਲਕੁਲ ਨੇੜੇ ਲੈ ਕੇ ਜਾਂਦੀ ਹੋਵੇ, ਅਤੇ ਸਾਡੇ ਮਨ ਉੱਤੇ ਉਹਦਾ ਅਸਰ ਪਵੇ ਵੀ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਇੱਦਾਂ ਨਹੀਂ ਕਰਾਂਗੇ। ਕਿਉਂਕਿ ਮੈਂ ਇੱਕ ਕਹਾਣੀ ਦੀ ਗੱਲ ਕੀਤੀ ਹੈ, 21 ਕਹਾਣੀਆਂ ਹੋਰ ਨੇ ਜੋ ਤੁਸੀਂ ਇਹ ਕਿਤਾਬ ਔਨਲਾਈਨ ਆਰਡਰ ਕਰ ਸਕਦੇ ਹੋ, ਜਾਂ ਵੱਖ-ਵੱਖ ਪਬਲਿਸ਼ਰਸ, ਤਕਰੀਬਨ ਹਰ ਕਿਸੇ ਕੋਲ ਇੱਕ ਦੂਜੇ ਦੀ ਛਪੀ ਕਿਤਾਬ ਹੁੰਦੀ ਹੈ, ਕਿਉਂਕਿ ਇਹ ਆਦਾਨ ਪ੍ਰਦਾਨ ਜਿਹੜਾ ਆ ਪ੍ਰਕਾਸ਼ਕਾਂ ਦੇ ਵਿੱਚ ਆਪਸ ਵਿੱਚ ਚੱਲਦਾ ਰਹਿੰਦਾ ਹੈ। ਸੋ ਇਸ ਕਿਤਾਬ ਦੀ ਤੁਸੀਂ ਡਿਮਾਂਡ ਕਰ ਸਕਦੇ ਹੋ, ਮੰਗ ਸਕਦੇ ਹੋ। ਸੋ ਇਹ ਸੀ ਜੀ ਬਚਿੰਤ ਕੌਰ ਲੇਖਿਕਾ ਬਚਿੰਤ ਕੌਰ ਦੀ ਲਿਖੀ ਹੋਈ ਕਿਤਾਬ ਖੁਰੇ ਹੋਏ ਰੰਗ, ਜਿਹਦਾ ਰਿਵਿਊ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਸੀ। ਸੋ ਉਮੀਦ ਕਰਦਾ ਹਾਂ ਕਿ ਦਿੱਤੀ ਗਈ ਜਾਣਕਾਰੀ ਆਪ ਜੀ ਨੂੰ ਪਸੰਦ ਆਈ ਹੋਵੇਗੀ। ਸੋ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਕੀਮਤੀ ਜੀ, ਖੂਬਸੂਰਤ ਜੀ ਕਿਤਾਬ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਅਤੇ ਨਾਲ ਦੀ ਨਾਲ ਉਸ ਕਿਤਾਬ ਦੇ ਸਿਰਜਣਹਾਰ, ਰਚਨਹਾਰ, ਰਚਾਇਤਾ, ਲੇਖਕ ਜਾਂ ਲੇਖਿਕਾ ਜੋ ਵੀ ਹੋਏਗਾ, ਉਹਦੇ ਜੀਵਨ ਦੇ ਬਾਰੇ ਸੰਖੇਪ ਅਤੇ ਦਿਲਚਸਪ ਜਾਣਕਾਰੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।